ਹੈਲੋ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ YouTube ਚੈਨਲ ਤੇ ਅੱਜ ਆਪਾਂ ਕੰਪਿਊਟਰ ਦੀ ਵੀਡੀਓ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਠੀਕ ਹੈ, ਤੇ ਇੱਕ ਗੱਲ ਮੈਂ ਹੋਰ ਦੱਸਦਾ ਕਿ ਡਿਸਕ੍ਰਿਪਸ਼ਨ 'ਚ ਜਾਓਗੇ ਤਾਂ ਟੈਲੀਗ੍ਰਾਮ ਚੈਨਲ ਦਾ ਲਿੰਕ ਮਿਲੂਗਾ। ਉੱਥੇ ਆਪਾਂ ਪੰਜਾਬੀ 'ਚ ਨੋਟਸ ਪਾ ਰਹੇ ਹਾਂ, ਜਿੱਦਾਂ ਕਿ ਇੰਡੀਆ ਜੀਕੇ 'ਚ ਹੋ ਗਏ। ਪੰਜਾਬ ਪਟਵਾਰੀ ਦੇ ਐਗਜ਼ਾਮ 'ਚ ਤੁਸੀਂ ਦੇਖਿਆ ਹੋਊਗਾ ਹਿਸਟਰੀ ਦੇ ਕਾਫੀ ਕੁਐਸਚਨ ਪੁੱਛੇ ਸੀਗੇ, ਤੇ ਹਿਸਟਰੀ ਵਗੈਰਾ ਦੇ ਨੋਟਸ ਜਿਹੜੇ ਉੱਥੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ, ਅਪਲੋਡ ਕਰ ਦਿੱਤੇ ਗਏ ਤੇ ਪੀਪੀਟੀਜ਼ ਵੀ ਤੁਹਾਨੂੰ ਉੱਥੇ ਜਾ ਕੇ ਮਿਲ ਜਾਣਗੀਆਂ। ਟੈਲੀਗ੍ਰਾਮ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ 'ਚ ਹੈ ਤੇ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਕਰ ਲਿਓ ਤਾਂ ਕਿ ਤੁਸੀਂ ਮੋਟੀਵੇਟ ਹੋ ਸਕੋ। ਦੇਖੋ, ਵਟ ਇਜ਼ ਫੁੱਲ ਫਾਰਮ ਆਫ CPU। CPU ਦੇਖੋ, CPU ਸਭ ਤੋਂ ਪਹਿਲਾਂ ਹੁੰਦੀ ਕੀ ਚੀਜ਼ ਹੈ? CPU ਜਿਹੜਾ ਹੈ ਉਹ ਬ੍ਰੇਨ ਆਫ ਕੰਪਿਊਟਰ ਹੁੰਦਾ ਹੈ। ਤੁਹਾਡੇ ਕੋਲ ਐਗਜ਼ਾਮ 'ਚ ਕੁਐਸਚਨ ਪੁੱਛੇ ਜਾਏ ਬ੍ਰੇਨ ਆਫ ਕੰਪਿਊਟਰ ਕੀ ਹੁੰਦਾ ਹੈ, ਤਾਂ CPU ਹੁੰਦਾ ਹੈ। ਠੀਕ ਹੈ, ਸਾਰਾ ਕੁਝ ਇਹਦੇ ਤੇ ਡਿਪੈਂਡ ਹੁੰਦਾ ਹੈ। ਕੰਪਿਊਟਰ 'ਚ ਜੋ ਵੀ ਪ੍ਰੋਸੈਸਿੰਗ ਹੋ ਰਹੀ ਹੈ ਉਹ ਕਿਹਦੇ ਕਾਰਨ ਹੋ ਰਹੀ ਹੈ? CPU ਦੇ ਕਾਰਨ ਹੀ ਹੋ ਰਹੀ ਹੈ। ਕੰਪਿਊਟਰ ਪ੍ਰੋਸੈਸਿੰਗ ਯੂਨਿਟ, ਕੰਪਿਊਟਰ ਪ੍ਰਿੰਸੀਪਲ ਯੂਨਿਟ, ਸੈਂਟਰਲ ਪ੍ਰੋਸੈਸਿੰਗ ਯੂਨਿਟ, ਕੰਟਰੋਲ ਪ੍ਰੋਸੈਸਿੰਗ ਯੂਨਿਟ। ਤਾਂ ਇਹਦਾ ਕੀ ਮਤਲਬ ਆਨਸਰ ਜਿਹੜਾ ਹੈ ਉਹ ਆਊਗਾ ਸੈਂਟਰਲ ਪ੍ਰੋਸੈਸਿੰਗ ਯੂਨਿਟ। ਸੈਂਟਰਲ ਪ੍ਰੋਸੈਸਿੰਗ ਯੂਨਿਟ CPU ਦੀ ਫੁੱਲ ਫਾਰਮ ਜਿਹੜੀ ਹੁੰਦੀ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ। ਦੇਖੋ, ਤੁਸੀਂ ਕੰਟਰੋਲ ਪ੍ਰੋਸੈਸਿੰਗ ਯੂਨਿਟ ਵੀ ਕਨਫਿਊਜ਼ ਹੋ ਸਕਦੇ ਹੋ। ਠੀਕ ਹੈ, ਤਾਂ ਕਨਫਿਊਜ਼ ਨਹੀਂ ਹੋਣਾ। ਇਹਦੀ ਜਿਹੜੀ ਸਹੀ ਫੁੱਲ ਫਾਰਮ ਆਊਗੀ ਉਹ ਆਊਗੀ ਸੈਂਟਰਲ ਪ੍ਰੋਸੈਸਿੰਗ ਯੂਨਿਟ ਯਾਨੀ CPU। ਠੀਕ ਹੈ, ਹੁਣ ਅੱਗੇ ਦੇਖੋ ਨੈਕਸਟ ਕੁਐਸਚਨ ਜਿਹੜਾ ਹੈ ਆਪਣਾ ਉਹ ਕੀ ਹੈ? ਵਿਚ ਆਫ ਦਾ ਫਲੋਇੰਗ ਲੈਂਗੁਏਜ ਡਜ਼ ਦਾ ਕੰਪਿਊਟਰ ਅੰਡਰਸਟੈਂਡ ਕਿਹੜੀ ਲੈਂਗੁਏਜ ਨੂੰ ਕਰਦਾ ਹੈ? ਕੰਪਿਊਟਰ ਹੇਠ ਲਿਖਿਆਂ ਵਿੱਚੋਂ ਕਿਹੜੀ ਭਾਸ਼ਾ ਸਮਝਦਾ ਹੈ? ਕੰਪਿਊਟਰ ਅੰਡਰਸਟੈਂਡ ਓਨਲੀ C ਲੈਂਗੁਏਜ, ਕੰਪਿਊਟਰ ਅੰਡਰਸਟੈਂਡ ਓਨਲੀ ਅਸੈਂਬਲੀ ਲੈਂਗੁਏਜ, ਕੰਪਿਊਟਰ ਅੰਡਰਸਟੈਂਡ ਓਨਲੀ ਬਾਈਨਰੀ ਲੈਂਗੁਏਜ, ਕੰਪਿਊਟਰ ਅੰਡਰਸਟੈਂਡ ਓਨਲੀ ਬੇਸਿਕ। ਯਾਨੀ ਕਿ ਕੰਪਿਊਟਰ C ਭਾਸ਼ਾ ਸਮਝਦਾ ਹੈ, ਅਸੈਂਬਲੀ ਭਾਸ਼ਾ ਨੂੰ ਸਮਝਦਾ ਹੈ, ਕੰਪਿਊਟਰ ਸਿਰਫ ਬਾਈਨਰੀ ਭਾਸ਼ਾ ਸਮਝਦਾ ਹੈ। ਤੇ ਕੰਪਿਊਟਰ ਜਿਹੜਾ ਅੰਡਰਸਟੈਂਡ ਕਰਦਾ ਨਾ ਉਹ ਬਾਈਨਰੀ ਲੈਂਗੁਏਜ ਨੂੰ ਕਰਦਾ ਹੈ। ਕਿਹਨੂੰ ਕਰਦਾ? ਬਾਈਨਰੀ ਲੈਂਗੁਏਜ ਨੂੰ ਕਰਦਾ। ਬਾਈਨਰੀ ਦੀ ਜੇ ਆਪਾਂ ਗੱਲ ਕਰੀਏ ਤਾਂ ਬਾਈਨਰੀ ਹੁੰਦੀ ਹੈ 0 ਤੇ 1 ਦੀ ਭਾਸ਼ਾ। 0 ਤੇ 1 ਦੀ ਭਾਸ਼ਾ ਨੂੰ ਕੀ ਕਹਿੰਦੇ ਆ? ਬਾਈਨਰੀ ਲੈਂਗੁਏਜ ਕਹਿੰਦੇ ਆ। ਬਾਈਨਰੀ ਲੈਂਗੁਏਜ ਦਾ ਜੇ ਤੁਹਾਡੇ ਤੋਂ ਬੇਸ ਪੁੱਛਿਆ ਜਾਏ ਤਾਂ ਤੁਸੀਂ 2 ਦੱਸੋਗੇ, ਕਿਉਂਕਿ ਇਹਦੇ ਵਿੱਚ 2 ਹੀ ਡਿਜਿਟ ਹੁੰਦੇ ਨੇ, 0 ਤੇ 1। ਨੈਕਸਟ ਕੁਐਸਚਨ ਜਿਹੜਾ ਆਪਣਾ ਉਹ ਹੈ ਵਿਚ ਆਫ ਦਾ ਫਲੋਇੰਗ ਇਜ਼ ਦਾ ਬ੍ਰੇਨ ਆਫ ਦਾ ਕੰਪਿਊਟਰ। ਆ ਪਹਿਲਾਂ ਵੀ ਮੈਂ ਦੱਸਤਾ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਯਾਨੀ CPU ਜਿਹੜਾ ਹੁੰਦਾ ਉਹ ਬ੍ਰੇਨ ਆਫ ਕੰਪਿਊਟਰ ਹੁੰਦਾ ਹੈ। ਉਹਦਾ ਰੀਜ਼ਨ ਆਹੀ ਹੈ ਕਿ ਸਾਰਾ ਕੁਝ ਕੰਟਰੋਲ ਇੱਥੋਂ ਹੀ ਹੋ ਰਿਹਾ, ਕਿਉਂਕਿ ਦੇਖੋ CPU ਦੀਆਂ ਅੱਗੇ ਤਿੰਨ ਚੀਜ਼ਾਂ ਤੁਸੀਂ ਕਨਵਰਟ ਕਰ ਸਕਦੇ ਹੋ, CU, MU ਤੇ ਹੋਰ ਕੀ ਹੋ ਸਕਦਾ? ਕੰਟਰੋਲ ਯੂਨਿਟ, ਮੈਮਰੀ ਯੂਨਿਟ, ਤੇ ਇੱਕ ਜਿਹੜੀ ਹੁੰਦੀ ਹੈ ਉਹ ਆਪਣੀ ਹੋਰ ਕਿਹੜੀ ਹੁੰਦੀ ਹੈ? ਕੰਟਰੋਲ ਯੂਨਿਟ ਹੋ ਗਿਆ, ਮੈਮਰੀ ਯੂਨਿਟ ਹੋ ਗਿਆ, ਤੇ ਜਿਹੜੀ ਅਰਥਮੈਟਿਕ ਯੂਨਿਟ ਹੋ ਗਿਆ। ਯਾਨੀ ਜਿੱਥੇ ਤੁਸੀਂ ਜੋੜ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ। CPU ਕੰਟਰੋਲ ਯੂਨਿਟ ਦੀ ਜੇ ਗੱਲ ਕਰੀਏ ਤਾਂ ਕੰਟਰੋਲ ਕਰਦਾ ਹੈ, ਮੈਮਰੀ ਯੂਨਿਟ ਦੀ ਗੱਲ ਕਰੀਏ ਤਾਂ ਸਟੋਰੇਜ ਦਾ ਕੰਮ ਕਰਦਾ, ਅਰਥਮੈਟਿਕ ਯਾਨੀ ਚੀਜ਼ਾਂ ਨੂੰ ਜੋੜ ਘਟਾ ਗੁਣਾ ਕਰਕੇ ਤੁਹਾਨੂੰ ਜਿਹੜਾ ਉਹ ਡਾਟਾ ਪ੍ਰੋਵਾਈਡ ਕਰਦਾ, ਉਹ ਅਰਥਮੈਟਿਕ ਯੂਨਿਟ ਹੁੰਦੀ ਹੈ। CPU ਦੇ ਤਿੰਨੋਂ ਪਾਰਟ ਨੇ। ਠੀਕ ਹੈ ਜੀ, ਨੈਕਸਟ ਹੈ ਜੀ ਵਿਚ ਆਫ ਦਾ ਫਲੋਇੰਗ ਇਜ਼ ਦਾ ਸਮੋਲੈਸਟ ਯੂਨਿਟ ਆਫ ਡਾਟਾ ਇਨ ਕੰਪਿਊਟਰ। ਕੰਪਿਊਟਰ ਡਾਟਾ ਦੀ ਸਭ ਤੋਂ ਛੋਟੀ ਇਕਾਈ ਬਿਟ ਹੁੰਦੀ ਹੈ। ਠੀਕ ਹੈ, ਕੰਪਿਊਟਰ ਡਾਟਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਹੁੰਦੀ ਹੈ ਬੱਚੇ ਉਹ ਬਿਟ ਹੁੰਦੀ ਹੈ। ਠੀਕ ਹੈ, ਤੁਸੀਂ ਕਮੈਂਟ ਕਰਕੇ ਦੱਸਣਾ ਹੈ ਕਿ ਇੱਕ ਨਿੱਬਲ ਵਿੱਚ ਕਿੰਨੀਆਂ ਬਿਟਸ ਹੁੰਦੀਆਂ ਹੈ। ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਹੈ ਕਿ ਇੱਕ ਨਿੱਬਲ 'ਚ ਕਿੰਨੀਆਂ ਬਿਟਸ ਹੁੰਦੀਆਂ, ਇੱਕ ਨਿੱਬਲ 'ਚ ਕਿੰਨੀਆਂ ਬਿਟਸ ਹੁੰਦੀਆਂ। ਆ ਤੁਸੀਂ ਮੈਨੂੰ ਮੈਸੇਜ ਕਰਕੇ ਜਾਂ ਕਮੈਂਟ ਕਰਕੇ ਦੱਸਣਾ। ਵਿਚ ਆਫ ਦਾ ਫਲੋਇੰਗ ਯੂਨਿਟ ਇਜ਼ ਰਿਸਪੋਂਸਿਬਲ ਫॉर ਕਨਵਰਟਿੰਗ ਦਾ ਡਾਟਾ ਰਿਸੀਵਡ ਫਰੋਮ ਦਾ ਯੂਜ਼ਰ ਇਨਟੂ ਏ ਕੰਪਿਊਟਰ ਅੰਡਰਸਟੈਂਡੇਬਲ ਫਾਰਮੈਟ। ਯਾਨੀ ਕਿ ਉਪਭੋਗਤਾ ਤੋਂ ਪ੍ਰਾਪਤ ਕੀਤੇ ਡੇਟਾ ਨੂੰ ਕੰਪਿਊਟਰ ਸਮਝਣ ਯੋਗ ਫਾਰਮੈਟ ਵਿੱਚ ਬਦਲਣ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਇਕਾਈ ਜ਼ਿੰਮੇਵਾਰ ਹੈ? आउटपुट यूनिट, इनपुट यूनिट, मेमरी यूनिट, गणित। यानी कि आउटपुट यूनिट है, इनपुट यूनिट है, मैमरी यूनिट है या अर्थमैटिक एंड लॉजिकल यूनिट है। तो इसका जो सही आंसर आऊगा वो की आऊगा कि उपभोक्ता तो प्राप्त किए डेटा ਨੂੰ कंप्यूटर समझण योग फॉर्मेट ਵਿੱਚ ਬਦਲਣਾ। देखो ਆਪਾਂ ਕੀ ਦਿੰਨੇ ਆ? ਇਨਪੁਟ ਦਿੰਨੇ ਆ ਨਾ, ਤਾਂ ਉਸ ਇਨਪੁਟ ਤੋਂ ਹੀ ਆਪਾਂ ਚੀਜ਼ਾਂ ਸਮਝਦੇ। ਤਾਂ ਇਹਦਾ ਸਹੀ ਆਨਸਰ ਆਊਗਾ ਇਨਪੁਟ ਯੂਨਿਟ। ਕੀ ਆਊਗਾ? ਇਨਪੁਟ ਯੂਨਿਟ। ਜਿਹੜੇ ਇਨਪੁਟ ਜਿਹੜੇ ਨੇ ਆਪਣੇ ਉਹ ਸਮਝਾਉਂਦੇ ਆ। ਠੀਕ ਹੈ, ਜਿੱਦਾਂ CPU ਦੀ ਤੁਸੀਂ ਕੋਈ ਵੀ ਕੀ ਦਬਾਉਂਦੇ ਹੋ, CPU ਦੀ ਤੁਸੀਂ ਕੋਈ ਵੀ ਕੀ ਦਬਾਉਂਦੇ ਹੋ ਤਾਂ ਉਹਦੇ ਕੀ ਦੇ ਥੱਲੇ ਬਹੁਤ ਸਾਰੀਆਂ ਕੋਡਿੰਗਸ ਹੁੰਦੀਆਂ ਨੇ, ਉਹ ਕੰਪਿਊਟਰ ਨੂੰ ਸਮਝਾਉਂਦੀਆਂ, ਬਹੁਤ ਸਾਰੇ ਕੋਡਸ ਹੁੰਦੇ ਨੇ। ਠੀਕ ਹੈ, ਇੱਕ ਕੀ ਵਾਸਤੇ ਯਾਨੀ ਆਪਾਂ ਤਾਂ A ਦਬਾਇਆ ਪਰ A ਵਾਸਤੇ ਬਹੁਤ ਸਾਰੇ ਕੋਡਸ ਹੁੰਦੇ ਆ। ਉਸ ਤੋਂ ਬਾਅਦ ਦੇਖੋ ਨੈਕਸਟ ਕੁਐਸਚਨ ਹੈ ਵਿਚ ਆਫ ਦਾ ਫਲੋਇੰਗ ਇਜ਼ ਨੋਟ ਏ ਟਾਈਪ ਆਫ ਕੰਪਿਊਟਰ ਕੋਡ। ਯਾਨੀ ਕਿ ਇਹਨਾਂ ਵਿੱਚੋਂ ਆ ਸਾਰੇ ਕੰਪਿਊਟਰ ਦੇ ਕੋਡ ਨੇ, ਇਹਨਾਂ ਵਿੱਚੋਂ ਤੁਸੀਂ ਦੱਸਣਾ ਹੈ ਕਿਹੜਾ ਨਹੀਂ ਹੈਗਾ। ਤਾਂ EDIC ਆ ਜਿਹੜਾ ਹੈ ਕੰਪਿਊਟਰ ਦਾ ਕੋਡ ਨਹੀਂ ਹੈ। ਜਿੱਦਾਂ ਕਿ ਕੋਡ ਦਾ ਮਤਲਬ ਹੈ ਇੱਕ ਤਰੀਕੇ ਨਾਲ ਜਿੱਦਾਂ ਅਮਰੀਕਨ ਸਟੈਂਡਰਡ ਕੋਡ ਫॉर ਇਨਫੋਰਮੇਸ਼ਨ ਇੰਟਰਚੇਂਜ, ਬਾਈਨਰੀ ਕੋਡਡ ਡੈਸੀਮਲ, ਆ ਸਾਰੇ ਦੇ
आ सारे दे सारे कोड ने, समझ आई गल नहीं, ठीक है। नैक्सट है जी अपना विच ऑफ द फ्लोइंग इज डिजाइन टू कंट्रोल द ऑपरेशन ऑफ ए कंप्यूटर, ठीक है, कि जिहड़ा इन्हां विचों किहड़ा जिहड़ा है वो नियंत्रित करता है कंप्यूटर के संचालन नूं, कंप्यूटर के ऑपरेशनस नूं जिहड़ा है वो कंट्रोल करता है, कंप्यूटर के संचालन नूं नियंत्रित करने लई इन्हां विचों किहड़ा डिजाइन किया गया है, उपभोक्ता, एप्लीकेशन सॉफ्टवेयर, सिस्टम सॉफ्टवेयर, उपयोगिता सॉफ्टवेयर, उपयोगिता सॉफ्टवेयर। तो इन्हां विचों कंप्यूटर के संचालन नूं नियुक्त करने लई इन्हां विचों किहड़ा डिजाइन किया गया है, दसो किहड़ा हुंदा है। तो इहदा जिहड़ा सही आंसर आऊगा बच्चे वो आऊगा एप्लीकेशन सॉफ्टवेयर, किहड़ा आऊगा एप्लीकेशन सॉरी सिस्टम सॉफ्टवेयर, किहड़ा आऊगा सिस्टम सॉफ्टवेयर जिहड़ा है वो आऊगा, ठीक है। एप्लीकेशन तो देखो अंदर का काम हो गया, सिस्टम सॉफ्टवेयर का ही एक पार्ट एप्लीकेशन सॉफ्टवेयर जिहड़ा हुंदा है। विच ऑफ द फ्लोइंग डिवाइस प्रोवाइड द कम्यूनीकेशन बिटवीन ए कंप्यूटर एंड द आउटर वर्ल्ड, यानी कि किहड़े जिहड़े हुंदे ने वो अपने विच ला लो ते कंप्यूटर विच ला लो एक इंटरैक्शन का काम करते हैं, कम्यूनीकेशन का काम करते हैं। कॉम्पैक्ट, इनपुट आउटपुट, ड्राइवर, स्टोरेज, तो यह सही आंसर आऊगा इनपुट आउटपुट डिवाइस। नैक्सट है विच ऑफ द फ्लोइंग इज द डिवाइस यूज्ड फॉर, which of the following is the device used for converting maps, pictures and drawing into digital form for storage in computer? Image scanner, digitizer, MICR ਸਕੈਨਰ, यानी कि कंप्यूटर भी स्टोरेज ਲਈ ਨਕਸ਼ਿਆਂ ਤਸਵੀਰਾਂ ਅਤੇ ਡਰਾਇੰਗਾਂ ਨੂੰ ਡਿਜੀਟਲ ਰੂਪ ਵਿੱਚ ਬਦਲਣ ਲਈ ਇਹਨਾਂ ਵਿੱਚੋਂ ਕਿਹੜਾ ਯੰਤਰ ਵਰਤਿਆ ਜਾਂਦਾ ਹੈ। ਡਿਜੀਟਾਈਜ਼ਰ ਜਿਹੜਾ ਹੁੰਦਾ ਹੈ ਉਹ ਚਿੱਤਰਾਂ ਨੂੰ ਦਰਸਾਉਣ ਵਾਸਤੇ, ਠੀਕ ਹੈ, ਡਿਜੀਟਲ ਰੂਪ ਦੇਣ ਵਾਸਤੇ ਜਿਹੜਾ ਹੈ ਉਹ ਯੂਜ਼ ਹੁੰਦਾ ਹੈ, ਠੀਕ ਹੈ। ਜਿਹੜਾ ਸਕੈਨਰ ਹੁੰਦਾ ਹੈ ਉਹ ਸਿਰਫ ਸਕੈਨ ਕਰਨ ਦਾ ਕੰਮ ਕਰਦਾ ਹੈ। MICR ਦੀ ਫੁੱਲ ਫਾਰਮ ਹੁੰਦੀ ਹੈ ਬੱਚੇ ਮੈਗਨੇਟਿਕ ਇੰਕ ਕਰੈਕਟਰ ਰੀਡਰ, मैग्नेटिक इंक करैक्टर रीडर मैगनेटिक इंक करैक्टर रीडर, ठीक है, ठीक है। MICR होंदा है मैगनेटिक इंक करैक्टर रीडर, जेड़े मैगनेटिक यानी चुंबक नाल लिखे हुए अक्षर होंदे उन्होंने पढ़न लई। स्कैनर की होंदा किसी भी चीज़ नूं स्कैन करदा, तो सही आंसर की आऊगा डिजिटाइजर, ठीक है जी। नैक्सट क्वेश्चन है अपना विच ऑफ द फ्लोइंग कैन एक्सेस द सर्वर, यानी कि इन्हां विचों किहड़ा सर्वर तक पहुँच कर सकता है। वैब क्लाइंट, उपभोक्ता, वैब ब्राउज़र, वैब सर्वर। तो यह सही आंसर आऊगा वैब क्लाइंट, जेड़े यानी विच ऑफ द फ्लोइंग कैन एक्सेस द सर्वर, यानी सर्वर तक पहुँच सकते हैं जेड़े वो की होंदे ने क्लाइंट्स होंदे ने, ठीक है जी। तो ये सी अपने कंप्यूटर के 10 क्वेश्चनस की एक छोटी जी क्लास, तो होप सो अगे भी तुसी क्लासिस नूं रैगूलर देखोगे। अज देखिया तो क्लासिस भी असीं रैगूलर प्रोवाइड करांगे, तो टैलीग्राम चैनल का लिंक डिस्क्रिप्शन 'च है, तुसीं जाके उत्थे जाके PPT नूं गेन कर सकते हो। तो तुसीं ज़्यादा तो ज़्यादा वीडियो नूं शेयर करो, तुहानूं वधिया लगी होवे ते, ठीक है जी। तो चैनल नूं सबसक्राइब कर लो जे तुसीं नवें यूज़र हो तो। थैंक यू सो मच।